ਜਿਵੇਂ ਹੁਣ ਹੋਇਆ ਨੌਜਵਾਨਾਂ ਦੇ ਨਾਲ, ਇਦਾਂ ਪਹਿਲਾਂ ਵੀ ਹੋ ਚੁੱਕਿਆ। 2016 ਦੇ ਵਿੱਚ ਵੀ ਪੋਸਟਾਂ ਸਰਕਾਰ ਨੇ ਵਿੱਚ ਚਲੇ ਉਡਾ ਕੇ ਤੇ ਚੋਣ ਜਾਬਤਾ ਲੱਗ ਗਿਆ ਸੀਗਾ, ਤੇ ਹੁਣ ਤੁਹਾਡੇ ਨਾਲ ਇਦਾਂ ਹੋਇਆ। ਪੂਰੇ ਪੰਜਾਬ ਦੇ ਨੌਜਵਾਨਾਂ ਤੋਂ ਪੈਸਾ ਲੈ ਕੇ ਸਾਰੀਆਂ ਪੋਸਟਾਂ ਭਰਾ ਕੇ ਵਿੱਚ ਵਿਚਾਲੇ ਜੁਆਇਨਿੰਗ ਉਡਾ ਦਿੱਤੀ ਆ, ਤੇ ਉੱਦਾਂ ਹੀ ਹੁਣ ਦੁਬਾਰਾ ਫੇਰ ਹੋ ਰਿਹਾ। ਤੇ ਬਹੁਤ ਬੱਚੇ ਕਮੈਂਟ ਕਰਦੇ ਆ ਵੀ ਸਾਡੀ ਕਦੋਂ ਜੁਆਇਨਿੰਗ ਹੋਏਗੀ, ਸਾਡਾ ਕਦੋਂ ਟੈਸਟ ਹੋਏਗਾ। ਤੁਹਾਨੂੰ ਅੱਜ ਮੈਂ ਕਲੀਅਰਲੀ ਦੱਸ ਦਿੰਦਾ, ਇਸ ਵੀਡੀਓ ਨੂੰ ਪੂਰਾ ਐਂਡ ਤੱਕ ਸੁਣ ਲੈਣਾ। ਜਿਹੜੀ ਆਪਣੀ ਹਿਸਟਰੀ ਹੋਈ ਆ ਕਲਰਕ ਦੀ, ਸਟੈਨੋ ਦੀ, ਤੇ ਜਿਹੜੀਆਂ ਅਦਰ ਪੋਸਟਾਂ ਹੋਰ ਵੀ ਨਿਕਲੀਆਂ ਹੈਗੀਆਂ, ਉਹ ਸਾਰੇ ਇਸ ਵੀਡੀਓ ਨੂੰ ਲਾਸਟ ਤੱਕ ਸੁਣ ਲੈਣ ਵੀ ਤੁਹਾਡੀ ਕਦੋਂ ਤੱਕ ਜੁਆਇਨਿੰਗ ਹੋਏਗੀ। ਐਸਐਸ ਬੋਰਡ ਇਸ ਟਾਈਮ ਟੁੱਟ ਚੁੱਕਾ ਆ, ਜਿਹਨੇ ਆਪਣੀਆਂ ਪੋਸਟਾਂ ਕੱਢੀਆਂ ਸਟੈਨੋ ਦੀਆਂ, ਕਲਰਕ ਦੀਆਂ, ਇਸ ਟਾਈਮ ਟੁੱਟ ਚੁੱਕਿਆ। ਉੱਥੇ ਹੁਣ ਕੋਈ ਵੀ ਅਹੁਦੇਦਾਰ ਬੰਦਾ ਨਹੀਂ ਹੈਗਾ। ਪਿਛਲੇ ਸਰਕਾਰਾਂ ਨੇ ਇਦਾਂ ਕੀਤਾ ਸੀ, 16 ਚ ਪੋਸਟਾਂ ਕੱਢਤੀਆਂ ਸੀਗੀਆਂ ਤੇ ਚੋਣ ਜਾਬਤਾ ਲੱਗ ਗਿਆ, ਤੇ 2 ਸਾਲ ਸਟੂਡੈਂਟ ਵੇਟ ਕਰਦੇ ਰਹੇ ਪਹਿਲਾਂ ਵੀ ਸ਼ਾਇਦ ਨਵੀਂ ਸਰਕਾਰ ਦੇ ਆਪਦੇ ਮੰਤਰੀਆਂ ਦੇ ਵਿੱਚ ਉਲਝੇ ਰਹੇ, ਆਪਦਾ ਮੰਤਰੀ ਮੰਡਲ ਬਣਾਉਣ ਦੇ ਵਿੱਚ 2 ਸਾਲ ਲਾਤੇ। ਜਦੋਂ ਫਿਰ ਦੁਬਾਰਾ ਧਰਨੇ ਧੁਰਨੇ ਲੱਗਣ ਤੋਂ ਬਾਅਦ ਪੇਪਰ ਹੋਇਆ, ਉਸ ਤੋਂ ਬਾਅਦ ਉਸ ਪੇਪਰ ਤੇ ਸਟੇ ਲੱਗ ਗਿਆ, ਤਰੀਕਾਂ ਪੈਂਦੀਆਂ ਗਈਆਂ, ਸਟੂਡੈਂਟ ਫੇਰ ਵੇਟ ਕਰਦੇ ਰਹੇ। ਜਦੋਂ ਚੀਜ਼ ਕੋਰਟ ਦੇ ਵਿੱਚ ਚਲੀ ਜਾਂਦੀ ਹੈ, ਫਿਰ ਬੰਦਾ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਹੁੰਦੀ ਤੇ ਆਮ ਜਨਤਾ ਵੀ ਕੁਝ ਨਹੀਂ ਕਰਦੀ, ਚੁੱਪ ਕਰਕੇ ਬੈਠੇ ਰਹਿੰਦੇ ਆ। ਉਦੋਂ ਫਿਰ ਜਦੋਂ ਕਾਫੀ ਪ੍ਰੈਸ਼ਰ ਪਿਆ, ਵਾਰੀ ਵਾਰੀ ਸਰਕਾਰ ਦੀ ਬੇਇੱਜ਼ਤੀ ਹੋਣ ਲੱਗੀ, ਬਿਨਾਂ ਉਸ ਕੇਸ ਦਾ ਕੁਝ ਨਿਬੜਿਆ ਨਹੀਂ ਸੀਗਾ। ਉਸ ਤੋਂ ਬਾਅਦ ਫਿਰ ਸਰਕਾਰ ਨੇ ਕੰਟੀਨਿਊ ਕਰਕੇ ਉਹ ਬੱਚਿਆਂ ਨੂੰ 2020 ਦੇ ਵਿੱਚ ਫਰਵਰੀ 'ਚ ਜੁਆਇਨ ਕਰਾਇਆ। 16 'ਚ ਪੋਸਟਾਂ ਨਿਕਲੀਆਂ, 18 'ਚ ਪੇਪਰ ਹੋਇਆ, 2020 ਦੇ ਵਿੱਚ ਜੁਆਇਨਿੰਗ ਹੋਈ ਆ। ਜਿਹੜੀਆਂ ਹੁਣ ਇਹ ਪੋਸਟਾਂ ਹੈਗੀਆਂ, ਤੇ ਤੁਸੀਂ ਕੀ ਉਮੀਦ ਕਰਦੇ ਹੋ? ਜਿਹੜੀਆਂ ਅਕਾਲੀਆਂ ਨੇ ਕੱਢੀਆਂ ਸੀਗੀਆਂ ਪੋਸਟਾਂ, ਉਹ ਕਾਂਗਰਸ ਨੇ 4 ਸਾਲਾਂ 'ਚ ਪੂਰੀਆਂ ਕੀਤੀਆਂ। ਜੇ ਹੁਣ ਕਾਂਗਰਸ ਜਿਹੜੀ ਕੱਢ ਕੇ ਜਾ ਰਹੀ ਹੈ, ਜੇ ਚੰਨੀ ਚਾਹੁੰਦਾ ਤੇ ਪੋਸਟਾਂ ਨੂੰ ਕੰਪਲੀਟ ਕਰ ਸਕਦਾ ਸੀ, ਤੁਹਾਨੂੰ ਜੁਆਇਨਿੰਗ ਕਰਵਾ ਸਕਦੀ, ਤੁਸੀਂ ਖੁਸ਼ ਹੋ ਕੇ ਉਹਨੂੰ ਵੋਟ ਵੀ ਪਾ ਸਕਦੇ ਸੀਗੇ। ਪਰ ਚੰਨੀ ਦੀ ਹੁਣ ਉਹਦੇ ਮਨਸ਼ਾ ਹੀ ਨਹੀਂ ਸੀ ਵੀ ਤੁਹਾਨੂੰ ਉਹ ਜੁਆਇਨਿੰਗ ਕਰਾਵੇ, ਵੀ ਇੰਨਾ ਪੈਸਾ ਲਾਵੇ। ਤੇ ਜੇ ਹੁਣ ਨੈਕਸਟ ਅਕਾਲੀ ਸਰਕਾਰ ਆਉਂਦੀ ਆ ਕਿ ਉਹ ਤੁਹਾਨੂੰ ਜੁਆਇਨਿੰਗ ਕਰਾਏਗੀ। ਜਿਹੜੇ ਕੰਮ ਅਕਾਲੀਆਂ ਨੇ ਕੀਤੇ ਸੀ ਉਹ ਅੱਜ ਵੀ ਉੱਥੇ ਹੀ ਖੜੇ ਹੋਏ ਆ। ਜਿਹੜੇ ਕੰਮ ਹੁਣ ਕਾਂਗਰਸ ਨੇ ਸਟਾਰਟ ਕੀਤੇ ਉਹ ਅਕਾਲੀਆਂ ਨੇ ਅੱਗੇ ਨਹੀਂ ਵਧਾਉਣੇ ਹੈਗੇ, ਉੱਥੇ ਹੀ ਰੁਕੇ ਰਹਿਣੇ ਆ। ਸਰਕਾਰ ਆਪਦੇ ਨਵੇਂ ਕੰਮ, ਅਸੀਂ ਕੱਲ ਪਰਸੋਂ ਥੋੜੇ ਟਾਈਮ ਪਹਿਲਾਂ ਹੀ ਫਰੀਦਕੋਟ ਦੇ ਜਿਹੜਾ ਮੌਜੂਦਾ ਕੈਂਡੀਡੇਟ ਹੈਗਾ ਉਹਨੂੰ ਮਿਲ ਕੇ ਆਏ ਸੀਗੇ। ਉਹਦੇ ਨਾਲ ਮੇਰੀ ਵਾਰੀ ਮੈਨੂੰ ਇਹੀ ਕੁਐਸਚਨ ਕਰ ਰਿਹਾ ਸੀਗਾ ਵੀ ਜਿਹੜੀਆਂ ਭਰਤੀਆਂ ਚੰਨੀ ਨੇ ਕੱਢੀਆਂ ਤੁਸੀਂ ਪੂਰੇ ਕਰੋਗੇ, ਪਰ ਉਹ ਬੰਦਾ ਉਸ ਗੱਲ ਤੇ ਆਇਆ ਹੀ ਨਹੀਂ। ਉਹ ਕਹਿੰਦਾ ਅਸੀਂ ਨਵੀਆਂ ਪੋਸਟਾਂ ਕੱਢਾਂਗੇ, ਜਿਹੜੇ ਅਸੀਂ ਆਪਦੀਆਂ ਜਿਹੜੀ ਭਰਤੀ ਕੱਢਾਂਗੇ, ਰੈਗੂਲਰ ਕੱਢਾਂਗੇ। ਉਹ ਜਿਹੜੀ ਪੁਰਾਣੀਆਂ ਭਰਤੀਆਂ ਹੈਗੀਆਂ ਉਹਨੂੰ ਕੰਪਲੀਟ ਕਰਨ ਦੀ ਉਹਦੀ ਮਨਸ਼ਾ ਹੈ ਹੀ ਨਹੀਂ ਗੀ। ਠੀਕ ਹੈ, ਕੋਈ ਵੀ ਸਰਕਾਰ ਹੈਗੀ ਪੁਰਾਣੀ ਸਰਕਾਰ ਦੇ ਕੰਮਾਂ ਨੂੰ ਅੱਗੇ ਕੰਟੀਨਿਊ ਨਹੀਂ ਕਰਦੀ ਹੁੰਦੀ। ਉਹ ਜੇ ਮੰਨ ਲਓ ਪੂਰੀ ਕਰਦੀ ਹੈ ਤੇ ਕ੍ਰੈਡਿਟ ਪਿਛਲੀ ਸਰਕਾਰ ਨੂੰ ਮਿਲਦਾ। ਉਹੀ ਆਪਦੀ ਬੱਲੇ ਬੱਲੇ ਕਰਾਉਂਦੇ ਵੀ ਅਸੀਂ ਪੋਸਟਾਂ ਕੱਢੀਆਂ ਸੀਗੀਆਂ ਤੇ ਇਹਨਾਂ ਨੇ ਤਾਂ ਸਿਰਫ ਜੁਆਇਨ ਹੀ ਕਰਾਏਗਾ। ਜੇ ਚੰਨੀ ਚਾਹੁੰਦਾ ਤੁਹਾਨੂੰ ਜੁਆਇਨ ਕਰਾ ਕੇ ਵੋਟਾਂ ਲੈ ਸਕਦਾ ਸੀਗਾ, ਦੁਬਾਰਾ ਸਰਕਾਰ ਬਣ ਸਕਦੀ ਸੀ। ਜੇ ਤੁਹਾਨੂੰ ਸਾਰਿਆਂ ਨੂੰ ਜੁਆਇਨਿੰਗ ਕਰਾਈ ਹੁੰਦੀ ਤਾਂ ਤੁਸੀਂ ਖੁਸ਼ ਹੋ ਕੇ ਵੋਟ ਪਾਉਣੀ ਸੀਗੀ। ਅਕਾਲੀ ਤੋਂ ਦੁਖੀ ਹੋ ਕੇ ਆਪਾਂ ਕਾਂਗਰਸ ਸਰਕਾਰ ਲਿਆਂਦੀ ਸੀ, ਤੇ ਹੁਣ ਸਰਕਾਰ ਨੇ ਕੀਤਾ ਵੀ 4.5 ਸਾਲ ਤਾਂ ਕੈਪਟਨ ਨੇ ਤੇ ਰਲ ਮਿਲ ਕੇ ਸਾਰੇ ਐਮਐਲਏ ਨੇ ਪੰਜਾਬ ਨੂੰ ਖਾਧਾ। ਜੋ ਲੱਗਦਾ ਪਿਆ ਸੀ ਵੀ ਹੁਣ ਕੈਪਟਨ ਦੇ ਨਾਂ ਤੇ ਵੋਟ ਨਹੀਂ ਪੈਣੀ ਹੈਗੀ, ਕੈਪਟਨ ਨੂੰ ਬਾਹਰ ਮਾਰਿਆ, ਉੱਦਾਂ ਹੁਣ ਚੰਨੀ ਦੇ ਨਾਮ ਤੇ ਵੋਟਾਂ ਲਈਆਂ ਜਾ ਰਹੀਆਂ। ਤੇ ਜਦੋਂ ਇਹ ਕੰਮ ਨਾ ਕਰੂ 4.5 ਸਾਲ ਬਾਅਦ ਚੰਨੀ ਨੂੰ ਵੀ ਬਾਹਰ ਮਾਰਨਗੇ। ਇਸ ਕਰਕੇ ਹੁਣ ਸੋਚ ਸਮਝ ਕੇ ਵੋਟ ਪਾਉਣੀ ਆ। ਤੁਹਾਡੇ 'ਚ ਇੰਨੀ ਹਿੰਮਤ ਹੈ ਨਹੀਂ ਤੁਸੀਂ ਧਰਨੇ ਲਾ ਕੇ ਪੇਪਰ ਦੇ ਲਓਗੇ ਜਾਂ ਜੁਆਇਨਿੰਗ ਕਰਾ ਲਓਗੇ। ਪਹਿਲਾਂ ਸਰਕਾਰ ਨੇ ਵੋਟਾਂ ਲੈਣੀਆਂ ਸੀਗੀਆਂ ਤੇ ਡੰਡੇ ਨਹੀਂ ਪਏ, ਡਾਂਗਾ ਨਹੀਂ ਵਰੀਆਂ, ਪਰ ਹੁਣ ਵੋਟਾਂ ਪੈ ਚੁੱਕੀਆਂ। ਇਸ ਤੋਂ ਬਾਅਦ ਸਰਕਾਰ ਨੇ ਤੁਹਾਨੂੰ ਕਿਸੇ ਐਮਐਲਏ ਤੇ ਕਿਸੇ ਵੀ ਮੰਤਰੀ ਦੇ ਬਾਹਰ ਤੁਹਾਨੂੰ ਧਰਨਾ ਲਾਉਣ ਨਹੀਂ ਦੇਣਾ। ਡਾਂਗਾ ਤੁਸੀਂ ਨਹੀਂ ਖਾ ਸਕਦੇ, ਤੁਸੀਂ ਧਰਨੇ ਨਹੀਂ ਲਾ ਸਕਦੇ। ਇਸ ਕਰਕੇ ਤੁਸੀਂ ਉਸ ਸਰਕਾਰ ਨੂੰ ਵੋਟਾਂ ਪਾਉਣੀਆਂ ਆ ਜਿਹੜੀ ਕਹਿ ਰਹੀ ਹੋਵੇ ਅਸੀਂ ਕੰਮ ਕਰਾਂਗੇ, ਧਰਨੇ ਨਹੀਂ ਲਾਉਣ ਦੇਵਾਂਗੇ, ਤੁਹਾਨੂੰ ਸਿੱਧੀ ਜੁਆਇਨਿੰਗ ਕਰਾਵਾਂਗੇ, ਵੋਟਾਂ ਕੱਢਾਂਗੇ। ਸੱਚੀ ਸਰਕਾਰ ਆਪਾਂ ਬਾਕੀ ਸਾਰੇ ਸਰਕਾਰਾਂ ਚੈੱਕ ਕਰ ਚੁੱਕੇ ਹਾਂ, ਪਿਛਲੇ 75 ਸਾਲ ਤੋਂ ਚੈੱਕ ਕਰਦੇ ਆ ਰਹੇ। ਪਹਿਲਾਂ ਵਾਰੀ ਇਹਨਾਂ ਨੇ ਬੰਨੀ ਸੀ ਵੀ 5 ਸਾਲ ਪਹਿਲਾਂ ਇੱਕ ਸਰਕਾਰ ਤੰਗ ਕਰੇ ਤੇ ਆਪਾਂ ਆਖ ਕੇ ਦੂਜੀ ਸਰਕਾਰ ਨੂੰ ਵੋਟਾਂ ਪਾ ਦਈਏ, ਫਿਰ ਉਹ ਤੰਗ ਕਰੇ ਫਿਰ ਦੂਜੀ ਨੂੰ ਪਾ ਦਈਏ। ਹੁਣ ਜੇ ਤੁਹਾਡੇ ਕੋਲ ਤੁਹਾਨੂੰ ਨਵੀਂ ਚੁਆਇਸ ਮਿਲੀ ਆ, ਉਹਨੂੰ ਇੱਕ ਵਾਰੀ ਚੂਜ਼ ਕਰੋ। ਚੰਗੀ ਹੁੰਦੀ ਮਾੜੀ ਹੁੰਦੀ ਬਾਅਦ ਦੀਆਂ ਗੱਲਾਂ ਹੈਗੀਆਂ। ਆਪਾਂ ਸਰਕਾਰ ਨੂੰ ਸਬਕ ਸਿਖਾਉਣਾ ਆ। ਜਿਹੜੀਆਂ ਪੋਸਟਾਂ ਨਿਕਲ ਚੁੱਕੇ, ਨੋਟੀਫਿਕੇਸ਼ਨ ਆ ਚੁੱਕੇ, ਪੇਪਰ ਹੋ ਚੁੱਕੇ ਆ, ਉਹ ਜੁਆਇਨਿੰਗ ਹੋਣੀ ਆ। ਉਹਨੂੰ ਕੋਈ ਰੱਦ ਨਹੀਂ ਕਰ ਸਕਦਾ, ਉਹ ਕੰਟੀਨਿਊ ਹੋਣਗੀਆਂ। ਪਰ ਜੇ ਆਪਾਂ ਕਾਂਗਰਸ ਅਕਾਲੀ ਨੂੰ ਵੋਟਾਂ ਪਾ ਕੇ ਦੁਬਾਰਾ ਫਿਰ ਸੱਤਾ 'ਚ ਲਿਆਂਦਾ ਤੇ ਸਮਝੋ ਫਿਰ ਸਟੇ ਲੱਗਣਗੇ, ਫਿਰ ਕੋਰਟ ਕੇਸ ਚੱਲਣਗੇ ਤੇ ਫਿਰ 4 ਸਾਲ ਜੁਆਇਨਿੰਗ ਤੇ ਵੇਟ ਕਰਨੀ ਪੈਣੀ ਆ। ਕਿਉਂਕਿ ਉਹਨਾਂ ਦੀ ਮਨਸ਼ਾ ਨਹੀਂ ਸੀ ਵੀ ਤੁਹਾਨੂੰ ਜੁਆਇਨਿੰਗ ਕਰਾਈ ਜਾਵੇ। ਇਸ ਕਰਕੇ ਇਸ ਵਾਰ ਬਦਲਾਅ ਚਾਹੀਦਾ ਹੈਗਾ। ਤੁਸੀਂ ਆਪ ਹੀ ਸਮਝਦਾਰ ਹੋ ਵੀ ਜੇ ਤੁਹਾਨੂੰ ਜੁਆਇਨਿੰਗ ਕਰਾਉਣਾ ਚਾਹੁੰਦੀ ਹੁੰਦੀ ਤਾਂ ਪਹਿਲਾਂ ਹੀ ਕਰਾ ਸਕਦੀ ਸੀਗੀ। ਉਹਨੇ ਵਿੱਚ ਕਾਲੇ ਤੁਹਾਨੂੰ ਕਾਹਤੋਂ ਉਡਾਇਆ ਵੀ ਤੁਹਾਨੂੰ ਉਹ ਜੁਆਇਨਿੰਗ ਨਹੀਂ ਕਰਾਉਣਾ ਚਾਹੁੰਦੀ। ਫਿਰ ਵੀ ਉਸ ਤੋਂ ਬਾਅਦ ਤੁਹਾਨੂੰ 2-3 ਸਾਲ ਵੇਟ ਕਰਨੇ ਪੈਣਗੇ, 4 ਸਾਲ। ਪੁਰਾਣਾ ਆਪਣਾ ਇਤਿਹਾਸ ਵੇਖੋ, ਸਟੈਨੋ ਵਾਲਿਆਂ ਦਾ, ਕਲਰਕ ਵਾਲਿਆਂ ਦਾ, ਜਿੰਨੀਆਂ ਪੋਸਟਾਂ ਹੈਗੀਆਂ ਵਿੱਚ ਕਾਲੇ ਅੜੀਆਂ ਹੈਗੀਆਂ। 5-5 ਸਾਲ ਤੋਂ ਹਾਲ ਤੱਕ ਵੀ ਭਰਤੀਆਂ ਪੂਰੀਆਂ ਨਹੀਂ ਹੋਈਆਂ। ਬਹੁਤ ਬੱਚੇ ਵੇਟਿੰਗ ਲਿਸਟ ਦੀ ਵੇਟ ਕਰਦੇ ਪਏ ਆ। ਬਹੁਤਿਆਂ ਦੇ ਕੇਸ ਚੱਲੇ ਜਾਂਦੇ ਆ। ਜਿੰਨੀਆਂ ਭਰਤੀਆਂ ਕਾਂਗਰਸ ਨੇ ਕੱਢੀਆਂ ਸਾਰਿਆਂ ਤੇ ਸਟੇ ਲੱਗੇ ਹੋਏ ਆ। ਜਿੰਨੇ ਤੁਸੀਂ ਬੋਰਡ ਸਾਰੇ ਪੰਜਾਬ ਦੇ ਵਿੱਚ ਲੱਗੇ ਵੇਖੇ ਆ, ਪੱਕੇ ਹੋਏ ਵੀ ਇੰਨੇ ਮੁਲਾਜ਼ਮ ਪੱਕੇ ਕੀਤੇ ਆ, ਉਹਨਾਂ ਤੇ ਕੇਸ ਲੱਗਾ ਹੋਇਆ, ਸਟੇ ਲੱਗੇ ਹੋਇਆ। ਜਿੰਨੀਆਂ ਟੀਚਰਾਂ ਦੀਆਂ ਭਰਤੀਆਂ ਆਈਆਂ ਸਾਰਿਆਂ ਤੇ ਸਟੇ ਲੱਗੇ ਹੋਏ ਆ।
8300 NTT ਵਾਲੀਆਂ ਸੀ, ਉਹ 2 ਵਾਰੀ ਪੋਸਟਾਂ ਕੱਢ ਕੇ 2 ਵਾਰੀ ਕੈਂਸਲ ਕਰਤੀਆਂ। ਪੈਸਾ ਸਰਕਾਰ ਖਾ ਗਈ। PSPSL ਦੀਆਂ ਆਈਆਂ ਸੀ, ਸਰਕਾਰ ਪੈਸਾ ਖਾ ਗਈ। ਹੁਣ ਤੁਹਾਡਾ ਕਰੋੜਾਂ ਰੁਪਇਆ ਸਰਕਾਰ ਦੇ ਕੋਲ ਪਹੁੰਚ ਚੁੱਕਿਆ, ਜਿਹੜਾ ਸਰਕਾਰ ਹੁਣ ਇਹਨਾਂ ਵੋਟਾਂ ਵਿੱਚ ਵਰਤਦੀ ਪਈ ਆ। ਕਾਂਗਰਸ ਬਣੀ ਸੀਗੀ, ਉਹਨਾਂ ਨੇ ਆਪਦੇ ਅਕਾਲੀਆਂ ਜਿਹੜੇ MLA ਪਹਿਲਾਂ ਸੀ ਉਹਨਾਂ ਨੂੰ ਸਾਰੀਆਂ ਪੈਨਸ਼ਨਾਂ ਲਾਤੀਆਂ, ਪੈਨਸ਼ਨਾਂ ਵਧਾ, ਤਨਖਾਹਾਂ ਵਧਾਤੀਆਂ, ਆਪਦੀਆਂ ਤਨਖਾਹਾਂ ਵਧਾ ਲੈਂਦੀਆਂ, ਆਪਦੀਆਂ ਕੋਠੀਆਂ ਲੈ ਲੈਂਦੇ, ਆਪਦੀਆਂ ਕਾਰਾਂ ਲੈ ਲੈਂਦੇ ਆ। ਤੁਹਾਡੇ ਟੈਕਸ ਤੋਂ, ਤੁਹਾਡੀਆਂ ਫੀਸਾਂ ਤੋਂ ਕਾਰਾਂ ਆਉਂਦੀਆਂ, ਆਪਦੀਆਂ ਤਨਖਾਹਾਂ ਲੈਂਦੇ ਆ। ਜੇ ਅਕਾਲੀ ਆਉਂਦੇ ਆ ਤਾਂ ਕਾਂਗਰਸ ਨੂੰ ਪੈਨਸ਼ਨ ਦੇਣਗੇ। ਠੀਕ ਹੈ, ਇਹ ਇੱਕ ਦੂਜੇ ਨੂੰ ਫੈਸਿਲਿਟੀਆਂ ਦਿੰਦੇ ਰਹਿੰਦੇ, ਆਪਦੇ ਪੈਸੇ ਤੋਂ, ਤੇ ਖਜ਼ਾਨਾ ਰਹਿੰਦਾ ਖਾਲੀ। ਸਾਰਾ ਟੈਕਸ ਆਪਾਂ ਦੇ ਰਹੇ ਹਾਂ, ਹਰੇਕ ਚੀਜ਼ ਸਰਕਾਰ ਜੋ ਵੀ ਲਾਉਂਦੀ ਆ, ਟੈਕਸ ਲੱਗਦੇ ਪਏ ਆ, ਫੀਸਾਂ ਹੈਗੀਆਂ, ਸਾਰੀਆਂ ਦੇ ਰਹੇ ਆ, ਤੇ ਖਜ਼ਾਨਾ ਖਾਲੀ ਕਿਵੇਂ ਹੋ ਜਾਂਦਾ? ਖਜ਼ਾਨਾ ਖਾਲੀ ਹੁੰਦਾ ਆਪਦੇ ਕੰਮਾਂ ਤੇ, ਆਪਦੇ ਕੋਠੀਆਂ ਤੇ, ਆਪਣੀਆਂ ਕਾਰਾਂ ਤੇ, ਆਪਦੀਆਂ ਤਨਖਾਹਾਂ ਤੇ, ਆਪਣੀਆਂ ਪੈਨਸ਼ਨਾਂ ਤੇ। ਸਿਰਫ ਆਪਦੀ ਫੈਸਿਲਿਟੀ ਤੇ ਸਰਕਾਰਾਂ ਕੰਮ ਕਰਦੀਆਂ ਹੈਗੀਆਂ। ਇਸ ਕਰਕੇ ਇਸ ਵਾਰ ਬਦਲਾਅ ਜ਼ਰੂਰੀ ਆ, ਇੱਕ ਤਰਫਾ ਬਦਲਾਅ ਚਾਹੀਦਾ, ਵਿੱਚ ਵਿਚਾਲੇ ਨਾ ਸਰਕਾਰ ਨੂੰ ਉਡਾ ਦਿਓ। ਇੱਕ ਬਹੁਮਤ ਵਾਲੀ ਸਰਕਾਰ ਬਣਨੀ ਚਾਹੀਦੀ ਆ, ਫਿਰ ਹੀ ਤੁਹਾਡਾ ਹੱਲ ਹੋਏਗਾ, ਫਿਰ ਹੀ ਤੁਹਾਨੂੰ ਕੁਝ ਫੈਸਿਲਿਟੀ, ਤੁਹਾਡਾ ਜਿਹੜਾ ਭਵਿੱਖ ਹੈਗਾ ਚੰਗਾ ਹੋਏਗਾ। ਜੇ ਤੁਸੀਂ ਅੱਧ ਵਿਚਾਲੇ ਅੜ ਗਏ ਫਿਰ ਕੋਈ ਫਾਇਦਾ ਨਹੀਂ ਹੋਣਾ। ਇਸ ਕਰਕੇ ਪੂਰਨ ਤੌਰ ਤੇ ਬਹੁਮਤ ਹੋਣਾ ਚਾਹੀਦਾ, ਪੂਰਾ ਬਦਲਾਅ ਚਾਹੀਦਾ ਹੈਗਾ, ਫਿਰ ਹੀ ਤੁਹਾਨੂੰ ਜੁਆਇਨਿੰਗ ਮਿਲਣੀ ਆ। ਇਸ ਕਰਕੇ ਜੇ ਤੁਹਾਨੂੰ 10 ਮਾਰਚ ਤੋਂ ਬਾਅਦ ਪਤਾ ਲੱਗ ਹੀ ਜਾਊਗਾ ਵੀ ਤੁਸੀਂ ਸਟੈਨੋ ਵਿੱਚ ਕੰਟੀਨਿਊ ਕਰਨਾ ਕਿ ਨਹੀਂ ਕਰਨਾ, ਕਲਰਕ ਵਿੱਚ ਅੱਗੇ ਕੰਟੀਨਿਊ ਕਰਨਾ ਕਿ ਨਹੀਂ ਕਰਨਾ। ਜੇ ਸਰਕਾਰਾਂ ਇਹਨਾਂ ਦੋਨੋਂ 'ਚ ਆ ਗਈਆਂ, ਤੁਹਾਨੂੰ ਮੈਂ ਹਿਸਟਰੀ ਦੱਸਤੀ ਆ ਤੁਹਾਡੇ ਨਾਲ ਕੀ ਹੋਣਾ ਆ। ਇਸ ਕਰਕੇ ਉਹਦੇ ਅਕੋਰਡਿੰਗ ਤੁਸੀਂ ਕੱਲ ਨੂੰ ਵੋਟ ਪਾਉਣੀ ਆ। ਠੀਕ ਹੈ।